ਸਾਡੀ ਉੱਥੇ ਕੌਸ਼ਲ ਮੈਡਮ ਨਾਲ ਆਫਿਸ ਵਿੱਚ ਗੱਲ ਹੋਈ, ਕਾਫੀ ਬਹਿਸ ਵਸਾਈ ਹੋਈ ਕਿ ਤੁਸੀਂ ਮੇਰੀ ਬੇਟੀ ਨੂੰ ਇੱਦਾਂ ਇਨਸਲਟ ਕਿਉਂ ਕੀਤਾ। ਤੇ ਉਹਨਾਂ ਨੇ ਕਿਹਾ ਕਿ ਜਿਹੜੇ ਤੁਸੀਂ 5-6 ਲੀਡਰ ਜਿਹੜੇ ਤੁਸੀਂ ਅੱਗੇ ਹੋ ਕੇ ਆ ਕੰਮ ਕਰਦੇ ਪਏ ਹੋ, ਮੈਂ ਤੁਹਾਨੂੰ ਸਭ ਨੂੰ ਪਰਸਨਲੀ ਦੇਖਾਂਗੀ। ਗੁਰਦਾਸਪੁਰ ਵਿੱਚ ਇੱਕ ਨਿੱਜੀ ਸਕੂਲ ਨੇ ਫੀਸ ਨਾ ਦੇਣ ਕਾਰਨ ਇੱਕ ਬੱਚੀ ਨੂੰ ਪੇਪਰ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਜਲੀਲ ਕੀਤਾ। ਦੂਸਰੇ ਬੱਚਿਆਂ ਨੇ ਪੇਪਰਾਂ ਦਾ ਕੀਤਾ ਬਾਈਕਾਟ। ਦੱਸ ਦਈਏ ਕਿ ਗੁਰਦਾਸਪੁਰ ਵਿੱਚ ਮਾਪਿਆਂ ਨੇ ਪ੍ਰੈਸ ਵਾਰਤਾ ਕਰ ਇੱਕ ਨਿੱਜੀ ਸਕੂਲ ਦੇ ਪ੍ਰਬੰਧਕ ਉੱਪਰ ਫੀਸ ਨਾ ਦੇਣ ਕਾਰਨ ਇੱਕ 10ਵੀਂ ਕਲਾਸ ਦੀ ਬੱਚੀ ਨੂੰ ਪੇਪਰ ਵਿੱਚੋਂ ਬਾਹਰ ਕੱਢਣ ਅਤੇ ਬੱਚੀ ਨੂੰ ਜਲੀਲ ਕਰਨ ਦੇ ਆਰੋਪ ਲਗਾਏ ਹਨ ਅਤੇ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਮੁੱਖ ਮੰਤਰੀ ਪੰਜਾਬ, ਸਿੱਖਿਆ ਸਕੱਤਰ ਪੰਜਾਬ ਸਮੇਤ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਡੀਸੀ ਗੁਰਦਾਸਪੁਰ ਨੂੰ ਸ਼ਿਕਾਇਤ ਕਰ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਲਾਸ ਦੇ ਦੂਸਰੇ ਬੱਚਿਆਂ ਨੇ ਅਗਲੇ ਹੋਣ ਵਾਲੇ ਪੇਪਰਾਂ ਦਾ ਬਾਈਕਾਟ ਕੀਤਾ। ਆਓ ਦੇਖਦੇ ਹਾਂ ਕੀ ਕਹਿਣਾ ਹੈ ਬੱਚੀ ਦੇ ਮਾਪਿਆਂ ਦਾ। ਕਿਹਾ ਕਿ ਮੇਰੀ ਬੇਟੀ ਉੱਥੇ ਪੇਪਰ ਦੇ ਰਹੀ ਸੀ ਤੇ ਉੱਥੋਂ ਦੇ ਜਿਹੜੇ ਚੇਅਰਪਰਸਨ ਮੈਮ ਨੇ ਉਹ ਆਏ ਨੇ, ਉਹ ਆ ਕੇ ਮੇਰੀ ਬੇਟੀ ਦਾ ਪੇਪਰ ਖੋਇਆ, ਪੇਪਰ ਖੋ ਕੇ ਉਹਨੂੰ ਇਨਸਲਟ ਕੀਤਾ ਔਰ ਉਹਨੂੰ ਆਹ ਅਲਫਾਜ਼ ਯੂਜ਼ ਕੀਤੇ ਕਿ ਤੇਰਾ ਕਸੂਰ ਇਹ ਹੈ ਕਿ ਤੂੰ ਉਸ ਘਰ ਵਿੱਚ ਬੋਰਨ ਹੋਈ ਹੈ। ਤੇ ਉਸ ਤੋਂ ਬਾਅਦ ਮੇਰੀ ਬੇਟੀ ਦਾ ਮੈਨੂੰ ਫੋਨ ਆਇਆ, ਆਪਾਂ ਗਏ, ਆਪਾਂ ਪੇਰੈਂਟਸ ਗਏ ਉੱਥੇ, ਕੌਸ਼ਲ ਮੈਮ ਨਾਲ ਗੱਲ ਕੀਤੀ। ਕੌਸ਼ਲ ਮੈਮ ਨੂੰ ਇਹ ਕਿਹਾ ਕਿ ਜਿਹੜੀਆਂ ਐਕਚੁਅਲ ਵਿੱਚ ਚੱਕਰ ਕੀ ਸੀ, ਸਾਡੀਆਂ ਫੀਸਾਂ ਦਾ ਮਸਲਾ ਚੱਲਦਾ ਪਿਆ, ਜਿਹੜੀਆਂ ਆਪਾਂ ਇੰਨੇ ਸਾਲਾਂ ਤੋਂ, ਪਿਛਲੇ 10-12 ਸਾਲਾਂ ਤੋਂ ਉਹਨਾਂ ਨੂੰ ਲਗਾਤਾਰ ਐਡਵਾਂਸ ਵਿੱਚ ਦਿੰਦੇ ਆਏ ਹਾਂ। ਐਡਵਾਂਸ ਵਿੱਚ ਦਿੰਦੇ ਦਾ ਮਤਲਬ ਕਿ ਐਤਕੀ ਉਹਨਾਂ ਨੇ ਸਾਡੇ ਕੋਲੋਂ ਲਾਸਟ ਈਅਰ ਦੇ ਜਿਹੜੇ ਐਨੂਅਲ ਚਾਰਜਿਸ, ਇਸ ਸਾਲ ਦੇ ਐਨੂਅਲ ਚਾਰਜਿਸ ਉਹਨਾਂ ਨੇ ਨਾਲ ਇਕੱਠੇ ਮੰਗਣੇ ਸ਼ੁਰੂ ਕਰਤੇ ਤੇ ਆਪਾਂ ਉਹਨਾਂ ਨੂੰ ਕਿਹਾ ਕਿ ਆਪਾਂ ਲਾਸਟ ਈਅਰ ਦੇ ਐਨੂਅਲ ਚਾਰਜਿਸ ਨਹੀਂ ਦੇਣੇ। ਉਹ ਤੋਂ ਸਾਰੀ ਗੱਲਬਾਤ ਹੋਈ ਸੀ ਤੇ ਆਪਾਂ ਈਵਨ ਕਿ ਲਿਖਤੀ ਇੱਕ ਮੇਲ ਉਹਨਾਂ ਨੂੰ ਪਾਈ ਸੀ ਕਿ ਤੁਸੀਂ ਸਾਡੇ ਕੋਲੋਂ ਮੰਥਲੀ ਜਿਹੜੀ ਫੀਸ ਹੈਗੀਆਂ ਉਹ ਤੁਸੀਂ ਲਓ, ਤੇ ਇਹਨਾਂ ਨੇ ਉਹ ਵੀ ਲੈਣ ਤੋਂ ਇਨਕਾਰ ਕਰਤਾ। ਤੇ ਸਾਡੀ ਉੱਥੇ ਕੌਸ਼ਲ ਮੈਡਮ ਨਾਲ ਆਫਿਸ ਵਿੱਚ ਗੱਲ ਹੋਈ, ਕਾਫੀ ਬਹਿਸ ਵਸਾਈ ਹੋਈ ਕਿ ਤੁਸੀਂ ਮੇਰੀ ਬੇਟੀ ਨੂੰ ਇੱਦਾਂ ਇਨਸਲਟ ਕਿਉਂ ਕੀਤਾ। ਤੇ ਉਹਨਾਂ ਨੇ ਕਿਹਾ ਕਿ ਜਿਹੜੇ ਤੁਸੀਂ 5-6 ਲੀਡਰ ਜਿਹੜੇ ਤੁਸੀਂ ਅੱਗੇ ਹੋ ਕੇ ਆ ਕੰਮ ਕਰਦੇ ਪਏ ਹੋ, ਮੈਂ ਤੁਹਾਨੂੰ ਸਭ ਨੂੰ ਪਰਸਨਲੀ ਦੇਖਾਂਗੀ ਤੇ ਕੋਰਟ ਵਿੱਚ ਦੇਖਾਂਗੀ। ਤੇ ਆਪਾਂ ਉਹਨਾਂ ਨੂੰ ਇਹ ਕਹਿ ਕੇ ਉੱਠ ਕੇ ਆ ਗਏ ਕਿ ਆਪਾਂ ਹੁਣ ਤੁਸੀਂ ਸਾਨੂੰ ਕੋਰਟ ਵਿੱਚ ਹੀ ਦੇਖਣਾ। ਮੇਰੇ ਪਰਿਵਾਰ ਨੂੰ ਭਾਜੀ ਇਸ ਕਰਕੇ ਟਾਰਗੇਟ ਕੀਤਾ ਗਿਆ ਕਿ ਸ਼ਾਇਦ ਇਸ ਕਰਕੇ ਕਿ ਆਪਾਂ ਅੱਗੇ ਲੱਗੇ ਹੋਏ ਆ ਪੇਰੈਂਟਸ ਐਸੋਸੀਏਸ਼ਨ ਦੇ, ਉਹਨਾਂ ਦੀ ਆਵਾਜ਼ ਚੁੱਕੀ ਹੋਈ ਹੈ, ਆਪਾਂ ਉਹਨਾਂ ਦਾ ਮੁੱਦਾ ਆਪਾਂ ਉਠਾਇਆ ਹੋਇਆ ਕਿ ਜਿਹੜੇ ਹਰ ਪੇਰੈਂਟਸ ਫੀਸਾਂ ਆਪਣੀਆਂ ਦੇ ਸਕਦਾ, ਐਨੂਅਲ ਚਾਰਜਿਸ ਦੇ ਸਕਦਾ, ਜਿਹੜੇ ਡੀਪੀਐਸ ਵਿੱਚ ਪੜ੍ਹਦੇ ਪਏ ਆ ਉਹ ਆਪਣੀਆਂ ਫੀਸਾਂ ਦੇ ਸਕਦੇ ਆ, ਪਰ ਜਿਹੜੀਆਂ ਨਜਾਇਜ਼ ਮੰਗ ਕਰਦੇ ਆਪਾਂ ਉਹ ਕਿਉਂ ਦਈਏ। ਸਿਰਫ ਉਹ ਨਜਾਇਜ਼ ਦੇ ਖਿਲਾਫ ਆਪਾਂ ਆਵਾਜ਼ ਚੁੱਕੀ ਸੀ ਤੇ ਮੇਰੀ ਬੇਟੀ ਨੂੰ ਟਾਰਗੇਟ ਕੀਤਾ ਗਿਆ। ਮਸਲਾ ਇਹਨਾਂ ਦੇ ਨਾਲ ਸਾਡਾ ਹੋਇਆ ਸੀ ਐਨੂਅਲ ਚਾਰਜਿਸ ਨੂੰ ਲੈ ਕੇ। ਮਤਲਬ ਐਨੂਅਲ ਚਾਰਜਿਸ ਇਹਨਾਂ ਨੇ ਕੀਤਾ ਕੀ ਸੀ ਕਿ ਐਤਕੀ ਜਦੋਂ ਨਵੀਆਂ ਐਡਮਿਸ਼ਨਸ ਲਈਆਂ ਨਾ, ਨਿਊ ਐਡਮਿਸ਼ਨਸ ਲਈਆਂ, ਉਦੋਂ ਇਹਨਾਂ ਨੇ ਕੁਝ ਨਹੀਂ ਦੱਸਿਆ ਸਾਨੂੰ ਕਿ ਲਾਸਟ ਈਅਰ ਦੇ ਐਨੂਅਲ ਚਾਰਜਿਸ ਲੈਣੇ ਆ ਨਹੀਂ ਲੈਣੇ ਆ। 1 ਮਹੀਨੇ ਬਾਅਦ ਇਹਨਾਂ ਨੇ ਸਾਨੂੰ ਫੀਸ ਬੁਕਲੇਟਸ ਦਿੱਤੀਆਂ ਨੇ ਜਿਸ 'ਚ ਲਾਸਟ ਈਅਰ ਦੇ ਐਨੂਅਲ ਚਾਰਜ ਪਾਏ ਨੇ। ਕੀ ਆਰਡਰ ਸੀ ਪੰਜਾਬ ਦੇ ਵਿੱਚ ਇੰਪਲੀਮੈਂਟ ਨਹੀਂ ਹੈ ਜਿਹੜੇ ਆਰਡਰ ਇਹ ਲਗਾਉਂਦੇ ਨੇ। ਅਸੀਂ ਇਹਦੇ ਰਿਗਾਰਡਿੰਗ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ, ਮੈਨੇਜਮੈਂਟ ਨੇ ਕਦੀ ਗੱਲ ਕਰਨਾ ਚਾਹੀਏ ਹੀ ਨਹੀਂ। ਜੇ ਇੱਕ ਵਾਰੀ ਅਸੀਂ ਬੈਠੇ ਹਾਂ ਤੇ ਮਤਲਬ ਕੁਝ ਮੰਗਾਂ ਸੀ ਜਿਹੜੀਆਂ ਨਹੀਂ ਮੰਨੀ ਤੇ ਸੈਟਲਮੈਂਟ ਹੋ ਨਹੀਂ ਪਾਈ ਸਾਡੀ ਇਹਨਾਂ ਨਾਲ। ਇਸ ਤੋਂ ਇਲਾਵਾ ਜੇ ਐਨੂਅਲ ਚਾਰਜ ਛੱਡਣ ਦੀ ਗੱਲ ਕਰਦੇ ਸੀ ਲਾਸਟ ਈਅਰ ਦੇ, ਤੇ ਉਹ ਵੀ ਬੜੇ ਕੰਡੀਸ਼ਨਲ ਜੇ ਸੀ ਕਿ ਮੈਨੂੰ 1 ਦਿਨ ਦੇ ਵਿੱਚ ਪੈਸੇ ਦਿਓ, ਜਿਹੜੇ 3 ਬੱਚੇ ਨੂੰ ਕਿਵੇਂ ਦੇਗਾ। ਅਸੀਂ ਹੋਰ ਤੇ ਰਿਗਾਰਡਿੰਗ ਪਲੱਸ ਸਾਡਾ ਕਹਿੰਦਾ ਤੇ ਐਜੂਕੇਸ਼ਨ ਸੀ ਬੁੱਕਸ ਦੇ ਰਿਗਾਰਡਿੰਗ, ਬੁੱਕਸ ਸਕੂਲੋਂ ਦਿੰਦੇ ਨੇ, ਮਤਲਬ ਸਾਨੂੰ ਕਿਤੋਂ ਨਹੀਂ ਮਿਲਦੀਆਂ, ਸਕੂਲੋਂ ਹੀ ਲੈਣੀਆਂ ਪੈਂਦੀਆਂ ਨੇ ਤੇ ਬਹੁਤ ਜ਼ਿਆਦਾ ਰੇਟ 'ਤੇ ਮਿਲਦੀਆਂ ਨੇ। ਐਸੋਸੀਏਸ਼ਨ ਵੱਲੋਂ ਸ਼ਿਕਾਇਤ ਤਾਂ ਸਰ ਅਸੀਂ ਡੀ ਆਫਿਸ ਕੀਤੀ ਆ, ਡੀ ਆਫਿਸ ਤੋਂ ਬਾਅਦ ਡੀਸੀ ਸਰ ਨੂੰ ਸ਼ਿਕਾਇਤ ਗਈ ਹੈ, ਐਜੂਕੇਸ਼ਨ ਸੈਕਟਰੀ ਨੂੰ ਸ਼ਿਕਾਇਤਾਂ ਗਈਆਂ ਨੇ, ਈਵਨ ਸੀਐਮ ਆਫਿਸ ਤੱਕ ਸ਼ਿਕਾਇਤਾਂ ਜਾਂਦੀਆਂ ਨੇ ਇਹਨਾਂ ਦੀਆਂ, ਸੀਐਮ ਆਫਿਸ CBSE ਬੋਰਡ ਨੂੰ ਗਈਆਂ ਨੇ, HR ਮਿਨਿਸਟਰੀ ਦਿੱਲੀ ਤੱਕ ਸ਼ਿਕਾਇਤਾਂ ਗਈਆਂ ਨੇ ਇਹਨਾਂ ਦੀਆਂ। ਹਜੇ ਤੱਕ ਕੋਈ ਹੱਲ ਨਹੀਂ ਹੋਇਆ ਸਰ ਸਾਡਾ। ਇਸ ਸੰਬੰਧੀ ਜਦੋਂ ਸਕੂਲ ਦੀ ਪ੍ਰਬੰਧਕ ਰੇਨੂ ਕੌਸ਼ਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਫੀਸ ਕਰਕੇ ਬੱਚੀ ਨੂੰ ਪੇਪਰ ਵਿੱਚੋਂ ਬਾਹਰ ਨਹੀਂ ਕੱਢਿਆ ਗਿਆ। ਬੱਚੀ ਨੂੰ ਬੁਖਾਰ ਹੋਣ ਕਾਰਨ ਬੱਚੀ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਹੈ ਤਾਂ ਜੋ ਕਰੋਨਾ ਕਰਕੇ ਹੋਰ ਬੱਚਿਆਂ ਨੂੰ ਪਰੇਸ਼ਾਨੀ ਨਾ ਹੋਵੇ ਅਤੇ ਬੱਚੀ ਨੂੰ ਕਿਸੇ ਨੇ ਜਲੀਲ ਨਹੀਂ ਕੀਤਾ, ਸਗੋਂ ਬੱਚੀ ਦੇ ਮਾਪਿਆਂ ਨੇ ਆ ਕੇ ਸਕੂਲ ਵਿੱਚ ਹੰਗਾਮਾ ਕੀਤਾ ਹੈ। देखिए, एज फॉर येस्टरडे इशिका 101 टेम्परेचर के साथ स्कूल में आई है। हम लोगों ने बहुत मेहनत की है इस स्कूल को कोरोना फ्री रखने में। 4-5 बार ही हमारे टेस्ट हुए हैं, रैपिड टेस्ट, और हम लोग बिल्कुल कोरोना फ्री पाए गए हैं। जब मुझे पता चला अपने अराउंड में कि बच्चा 101 बुखार के साथ, और ये रिकॉर्डेड है सिक्योरिटी में, हाँ, एग्ज़ाम दे रहा है, तो मेरे मन में एक बात आई
कि आप हम लोग कितने भी एक टीचर ने इसको आइसोलेट कर रखा था एक अलग से कमरे में, पर उसके बावजूद भी पानी दिया जा रहा था। कई ऐसे पेरेंट्स हैं जो अपने बड़े विश्वास के साथ हम अपने बच्चे हमारे पास भेजते हैं, और इस बात को हमें पूरा रखना है। देखिए, ये जो बात है ना, ये सब जुडिशियस है, कोर्ट में चल रहा है और इसका कुछ दिनों में आने वाला फैसला है, तो मैं इसके पीछे क्यों करूं? जो बाकी बच्चे जिन्होंने फीस नहीं दिया वो तो दे रहे हैं, वो अपने एग्ज़ाम्स दे रहे हैं, इसको मैं क्यों सिंगल आउट करूं? इन्होंने तो कल ना हमारी बात सुनी, बस ज़ोर ज़ोर से चिल्लाना शुरू कर दिया, और यहाँ पूरे मेरे ऑफिस से लेकर उधर सिक्योरिटी तक ज़ोर ज़ोर से चिल्लाते रहे। सारे के सारे वो टीचर्स भी चले आए कि क्या हो गया, ये चिल्ला कौन रहा है? दिस इज हम देखिए, एक चीज़ है, उन्होंने क्या आप लोगों का कहा है और क्या आरोप लगाए हैं मेरे ऊपर, आई डोंट नो। यस, मैंने उसका पेपर ज़रूर लिया, और मैंने खुद ही इसलिए लिया और मैंने खुद ही लिया कि मैंने कहा दो वैक्सीन्स मैं ले चुकी हूँ और सबसे सेफेस्ट मैं हूँ। सबसे पहले उनको पता कि मैंने वैक्सीन लिया, बाकियों को मोटिवेट करने के लिए। हमारी सारी टीचर्स, आयाज, एवरीबडी इज़ वैक्सीनेटेड। हम लोग नहीं चाहते कि हमारे बच्चे जो वैक्सीनेटेड नहीं हैं उनको कोई तकलीफ। एक चीज़ है, बच्ची पेपर दे रही थी और एक आया पानी लेके घूम रही थी, वो दूसरों के बच्चों को भी दे रही थी, इसी को भी छीनने के बाद मैं आपको बताऊं, ऐसा है कि ये कोविड-19 का प्रोटोकॉल है कि अगर कोई स्कूल में एक बीमार बच्चे को आने देते, गलती हमारी है, तो इसके लिए मुझे एक स्टैंड लेना था। अभी तो मैं नहीं कह सकती कि मैंने क्या कहा क्या नहीं कहा, पर मैं एक चीज़, मुझे उस टाइम ये उचित लगा कि मैं पेपर ले लूँ और लड़की को, कि माँ बाप को, क्योंकि साथ में एक सर्वेंट आया हुआ था, कि इनके पेरेंट्स को समझा दूँ कि अरे क्या ऐसी मुश्किल है आपको कि एक पेरेंट्स होने के नाते बीमार बच्चे को आप एग्ज़ाम दे रहे हो। ये आरोप झूठे हैं। ਸੋ ਮਾਪਿਆਂ ਵੱਲੋਂ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਸਕੂਲ ਵਿੱਚੋਂ ਬੱਚੀ ਨੂੰ ਪੇਪਰ ਤੋਂ ਇਸ ਲਈ ਬਾਹਰ ਕੱਢਿਆ ਗਿਆ ਕਿਉਂਕਿ ਉਸਨੇ ਫੀਸ ਨਹੀਂ ਜਮ੍ਹਾਂ ਕਰਾਈ। ਲੇਕਿਨ ਦੂਜੇ ਪਾਸੇ ਸਕੂਲ ਪ੍ਰਬੰਧਕ ਵੱਲੋਂ ਸਾਰੇ ਦੋਸ਼ਾਂ ਨੂੰ ਨਕਾਰਿਆ ਜਾ ਰਿਹਾ ਹੈ। ਤੁਸੀਂ ਦੇਖ ਰਹੇ ਹੋ ਚੈਨਲ ਨਿਊ ਇੰਡੀਆ ਕ੍ਰਾਈਮ ਨਿਊਜ਼।